ਤੁਸੀਂ 100% ਸ਼ੋਰਟ ਵੀਜ਼ਾ ਲੈ ਸਕਦੇ ਹੋ। ਤੁਸੀਂ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਦੋਸਤੋ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਟੌਪਿਕ ਲੈ ਕੇ ਆਏ ਹਾਂ, ਯੂਕੇ ਦਾ ਟੂਰਿਸਟ ਵੀਜ਼ਾ। ਦੋਸਤੋ ਅਸੀਂ ਕੰਸਲਟੈਂਟ ਹੈਗੇ ਹਾਂ ਤੇ ਵੀਜ਼ਾ ਕੰਸਲਟੈਂਸੀ ਦਾ ਸਾਡਾ ਜਿਹੜਾ ਉਹ ਕੰਮ ਹੈਗਾ। ਸਾਨੂੰ ਕਾਲਸ ਆਉਂਦੀਆਂ ਨੇ ਕਈ ਵਾਰੀ। ਸਭ ਤੋਂ ਪਹਿਲਾ ਸਵਾਲ ਇਹੀ ਹੁੰਦਾ ਜੀ ਵੀਜ਼ਾ ਕਰਵਾਉਣਾ ਹੈਗਾ ਤੁਸੀਂ ਕਰਵਾ ਦੋਗੇ? ਸੋ ਸਾਡਾ ਜਵਾਬ ਹੁੰਦਾ ਜੀ ਬਿਲਕੁਲ ਕਰਵਾ ਦਾਂਗੇ ਜੀ। ਤੇ ਅੱਗੇ ਜਿਹੜਾ ਸਵਾਲ ਸਾਨੂੰ ਪੁੱਛਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ 100% ਸ਼ੋਰਟ ਵੀਜ਼ਾ ਚਾਹੀਦਾ। ਠੀਕ ਹੈ, ਸੋ ਹਰ ਬੰਦੇ ਦਾ ਇਹ ਸਵਾਲ ਹੁੰਦਾ ਤੇ ਇਹੀ ਪੁੱਛਦਾ ਕਿ ਕੀ ਮੇਰਾ 100% ਸ਼ੋਰਟ ਵੀਜ਼ਾ ਲੱਗ ਜੂਗਾ। ਦੋਸਤੋ ਦੇਖੋ, ਜਿਹੜਾ 100% ਸ਼ੋਰਟ ਵੀਜ਼ਾ ਉਹ ਕਿਸੇ ਕੰਸਲਟੈਂਟ ਦੇ ਹੱਥ 'ਚ ਨਹੀਂ ਹੁੰਦਾ ਤੇ ਨਾ ਹੀ ਐਮਬੈਸੀ ਦੇ ਹੱਥ 'ਚ ਹੁੰਦਾ। ਹਾਂ, ਤੁਹਾਡੇ ਹੱਥ ਜ਼ਰੂਰ ਹੁੰਦਾ। ਤੁਸੀਂ ਚਾਹੋ ਤਾਂ ਤੁਹਾਡਾ 100% ਵੀਜ਼ਾ ਲੱਗ ਸਕਦਾ ਹੈ। ਖਾਸ ਕਰਕੇ ਜੇ ਆਪਾਂ ਯੂਕੇ ਦੀ ਗੱਲ ਕਰੀਏ, ਤੁਸੀਂ 100% ਸ਼ੋਰਟ ਵੀਜ਼ਾ ਲੈ ਸਕਦੇ ਹੋ। ਤੁਸੀਂ, ਤੁਹਾਡਾ ਏਜੰਟ ਨਹੀਂ ਲੈ ਸਕਦਾ। ਐਮਬੈਸੀ ਦੇ ਹੱਥ 'ਚ ਨਹੀਂ ਹੁੰਦਾ ਕਿ ਤੁਹਾਨੂੰ 100% ਵੀਜ਼ਾ ਉਹ ਦੇਵੇ, ਕਿਉਂਕਿ ਵੀਜ਼ਾ ਵਾਸਤੇ ਤੁਹਾਡੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਜਿਹੜੇ ਡਾਕੂਮੈਂਟਸ ਨੇ ਦੋਸਤੋ ਉਹ ਤੁਸੀਂ ਪ੍ਰੈਜ਼ੈਂਟ ਕਰਨੇ ਹੁੰਦੇ ਨੇ। ਸਾਡੇ ਕੋਲ ਤੁਸੀਂ ਜਿਸ ਤਰ੍ਹਾਂ ਦੇ ਆਪਦੇ ਕਾਗਜ਼ ਲੈ ਕੇ ਆਓਗੇ, ਜਿਸ ਤਰ੍ਹਾਂ ਤੁਹਾਡੀ ਪ੍ਰੋਫਾਈਲ ਹੋਊਗੀ, ਸੇਮ ਅਸੀਂ ਪ੍ਰੋਫਾਈਲ ਜਿਹੜੀ ਐਮਬੈਸੀ 'ਚ ਪ੍ਰੈਜ਼ੈਂਟ ਕਰਕੇ ਤੁਹਾਡਾ ਵੀਜ਼ਾ ਲੈਣਾ ਹੁੰਦਾ ਹੈਗਾ। ਸੋ 100% ਸ਼ੋਰਟ ਵੀਜ਼ਾ ਤੁਹਾਡੇ ਹੱਥ 'ਚ ਹੈ, ਕਲਾਇੰਟ ਦੇ ਹੱਥ 'ਚ ਹੈ ਕਿ ਤੁਸੀਂ ਕਿਵੇਂ ਆਪਣਾ ਜਿਹੜਾ ਉਹ ਵੀਜ਼ਾ ਸ਼ੋਰ ਕਰ ਸਕਦੇ ਹੋ। ਅਵੇਅਰਨੈਸ ਦੀ ਜ਼ਰੂਰਤ ਹੁੰਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਕਿਹੜੇ ਡਾਕੂਮੈਂਟਸ, ਇਸ ਤਰ੍ਹਾਂ ਦਾ ਤੁਸੀਂ ਆਪਦੀ ਪ੍ਰੋਫਾਈਲ ਨੂੰ ਕਿਵੇਂ ਤਿਆਰ ਕਰੋ ਕਿ ਤੁਹਾਡਾ 100% ਜਿਹੜਾ ਉਹ ਵੀਜ਼ਾ ਆ ਜਾਵੇ। ਹਰ ਕੰਟਰੀ ਦਾ, ਭਾਵੇਂ ਯੂਕੇ ਹੋਵੇ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ ਜਾਂ ਕੋਈ ਹੋਰ ਵੱਡੀ ਕੰਟਰੀ, ਹਰ ਕੰਟਰੀ ਦਾ ਵੀਜ਼ਾ ਦੇਣ ਦਾ ਆਪਣਾ ਇੱਕ ਵੱਖੋ ਵੱਖਰਾ ਤਰੀਕਾ ਹੁੰਦਾ ਹੈ। ਕੋਈ ਐਮਬੈਸੀ ਕਿਸੇ ਤਰ੍ਹਾਂ ਤੁਹਾਡੀ ਐਪਲੀਕੇਸ਼ਨ ਟਰੀਟ ਕਰਦੀ ਹੈ, ਕੋਈ ਕਿਸੇ ਤਰ੍ਹਾਂ ਕਰਦੀ ਹੈ। ਜੇ ਆਪਾਂ ਯੂਕੇ ਦੀ ਗੱਲ ਕਰੀਏ, ਯੂਕੇ ਇੱਕ ਇਸ ਤਰ੍ਹਾਂ ਦੀ ਕੰਟਰੀ ਹੈ ਜਿੱਥੇ ਤੁਹਾਡੀ ਜਿਹੜੀ ਏਜ ਹੈ ਉਹ ਕੋਈ ਮਾਇਨਾ ਨਹੀਂ ਰੱਖਦੀ। ਤੁਸੀਂ ਘੱਟ ਉਮਰ ਦੇ ਵਿੱਚ ਵੀ ਜਿਹੜਾ ਆਪਦਾ ਵੀਜ਼ਾ ਉਹ ਲੈ ਸਕਦੇ ਹੋ। ਤੁਸੀਂ ਅਨਮੈਰਿਡ ਹੋ ਫਿਰ ਵੀ ਆਪਦਾ ਵੀਜ਼ਾ ਲੈ ਸਕਦੇ ਹੋ। ਤੁਹਾਡੇ ਕੋਲ ਟਰੈਵਲ ਹਿਸਟਰੀ ਨਹੀਂ ਹੈਗੀ ਤਦ ਵੀ ਤੁਸੀਂ ਆਪਦਾ ਜਿਹੜਾ ਵੀਜ਼ਾ ਲੈ ਸਕਦੇ ਹੋ। ਸਭ ਤੋਂ ਪਹਿਲਾਂ ਦੇਖੋ, ਜਿਹੜਾ ਟੂਰਿਸਟ ਵੀਜ਼ਾ ਹੈ ਨਾ, ਉਹ ਭਾਵੇਂ ਕਿਸੇ ਵੀ ਕੰਟਰੀ ਦਾ, ਤੁਹਾਡੀ ਪ੍ਰੋਫਾਈਲ ਬਹੁਤ ਮਾਇਨਾ ਰੱਖਦੀ ਹੈ। ਇੱਕ ਗੱਲ ਮੇਰੀ ਤੁਸੀਂ ਆਪਣੇ ਪੱਲੇ ਬੰਨ੍ਹ ਲਓ ਕਿ ਬਿਨਾਂ ਡਾਕੂਮੈਂਟ ਤੋਂ ਤੁਹਾਡਾ ਵੀਜ਼ਾ ਨਹੀਂ ਲੱਗਣਾ। ਤੁਹਾਡਾ ਵੀਜ਼ਾ ਤੁਹਾਡੇ ਪੇਪਰਾਂ ਨੇ ਦਵਾਉਣਾ ਹੈਗਾ। ਪੇਪਰ ਕਿਵੇਂ ਦੇ? ਤੁਸੀਂ ਇਹ ਸ਼ੋਅ ਕਰਨਾ ਹੈ ਕਿ ਮੇਰੀ ਪ੍ਰੋਫਾਈਲ ਬਹੁਤ ਵਧੀਆ ਹੈਗੀ ਹੈ, ਮੈਂ ਇੱਕ ਜੈਨੂਇਨ ਵਿਜ਼ਟਰ ਹਾਂ, ਮੇਰਾ ਕੰਮਕਾਰ ਬਹੁਤ ਵਧੀਆ ਹੈਗਾ। ਠੀਕ ਹੈ, ਜੇ ਤੁਸੀਂ ਇਹ ਚੀਜ਼ ਸ਼ੋਅ ਕਰਨ 'ਚ ਕਾਮਯਾਬ ਹੁੰਦੇ ਹੋ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਵੀਜ਼ਾ ਲੈਣ ਤੋਂ ਨਹੀਂ ਰੋਕ ਸਕਦੀ। ਦੋਸਤੋ, ਐਮਬੈਸੀ ਨੇ 3-4 ਚੀਜ਼ਾਂ ਦੇਖਣੀਆਂ ਹੁੰਦੀਆਂ ਵੀਜ਼ਾ ਦੇਣ ਲੱਗਿਆ। ਸਭ ਤੋਂ ਪਹਿਲਾਂ ਹੈਗਾ ਤੁਹਾਡਾ ਪਰਪਸ ਆਫ ਵਿਜ਼ਿਟ ਕੀ ਹੈ, ਤੁਹਾਡੇ ਜਾਣ ਦਾ ਕਾਰਨ ਕੀ ਹੈ। ਦੂਜਾ ਹੁੰਦਾ ਹੈਗਾ ਕਿ ਇਸ ਤਰ੍ਹਾਂ ਦਾ ਇੰਡੀਆ ਦੇ ਵਿੱਚ ਕੀ ਹੈ ਕਿ ਤੁਸੀਂ ਵਾਪਸ ਮੁੜ ਕੇ ਆਓਗੇ। ਤੀਜੀ ਚੀਜ਼ ਹੈਗੀ ਹੈ ਦੋਸਤੋ, ਉਹ ਹੈਗਾ ਤੁਹਾਡੀ ਟਰੈਵਲ ਹਿਸਟਰੀ। ਸੋ ਜੇ ਤੁਸੀਂ ਆਪਦਾ ਜਿਹੜਾ ਕੰਮਕਾਰ ਵਧੀਆ ਤਰੀਕੇ ਨਾਲ ਦਿਖਾ ਦਿਓ ਤਾਂ ਤੁਹਾਡੇ ਜਿਹੜੇ ਵੀਜ਼ਾ ਦੇ ਚਾਂਸਸ ਨੇ ਬਹੁਤ ਵਧੀਆ ਹੋ ਜਾਂਦੇ ਨੇ। ਇਹਦੇ ਵਿੱਚ ਹੈ ਕਿ ਕੀ ਹੈ ਦੋਸਤੋ, ਤੁਸੀਂ ਤੁਹਾਡੀਆਂ ਲੱਗੋ ਵੱਖਰੀਆਂ ਪ੍ਰੋਫਾਈਲ ਹੋ ਸਕਦੀਆਂ ਨੇ। ਤੁਸੀਂ ਬਿਜ਼ਨਸਮੈਨ ਵੀ ਹੋ ਸਕਦੇ ਹੋ, ਕੋਈ ਛੋਟਾ ਬਿਜ਼ਨਸ ਕਰਦੇ ਹੋ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਕਿਤੇ ਜੌਬ ਕਰਦੇ ਹੋ ਸਕਦੇ ਹੋ। ਠੀਕ ਹੈ ਜੀ, ਜਾਂ ਤੁਸੀਂ ਕਿਸੇ ਗੌਰਮੈਂਟ ਜੌਬ ਦੇ ਵਿੱਚ ਹੋ ਸਕਦੇ ਹੋ। ਸੋ ਤੇ ਜਾਂ ਤੁਸੀਂ ਖੇਤੀਬਾੜੀ ਕਰਦੇ ਵੀ ਹੋ ਸਕਦੇ ਹੋ। ਠੀਕ ਹੈ, ਸੋ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਤੁਸੀਂ ਆਪਦੀ ਪ੍ਰੋਫਾਈਲ ਵਧੀਆ ਸ਼ੋਅ ਕਰਨੀ ਹੈ। ਐਮਬੈਸੀ ਨੂੰ ਇਹ ਚੀਜ਼ ਦਿਖਾਉਣਾ ਹੁੰਦਾ ਹੈ ਕਿ ਮੇਰੀ ਜਿਹੜੀ ਇਨਕਮ ਦਾ ਸਾਧਨ ਬਹੁਤ ਵਧੀਆ, ਸੋ ਇਸ ਕਰਕੇ ਮੈਂ ਇੰਡੀਆ ਵਾਪਸ ਮੁੜ ਕੇ ਆਉਣਾ ਹੀ ਆਉਣਾ ਹੈਗਾ। ਹੁਣ ਆਪਾਂ ਗੱਲ ਕਰਾਂਗੇ, ਜੇਕਰ ਕੋਈ ਬੰਦਾ ਸੈਲਰੀਡ ਪਰਸਨ ਹੈਗਾ ਤਾਂ ਉਹਦੀ ਜਿਹੜੀ ਸੈਲਰੀ ਹੈ ਉਹ ਅਕਾਊਂਟ ਦੇ ਵਿੱਚ ਆਉਣੀ ਚਾਹੀਦੀ। ਭਾਵੇਂ ਕੋਈ ਵੱਡੀ ਫਰਮ ਹੈ, ਭਾਵੇਂ ਕੋਈ ਛੋਟੀ ਕੰਪਨੀ ਹੈ, ਸੈਲਰੀ ਅਕਾਊਂਟ ਦੇ ਵਿੱਚ ਆਵੇ ਤਾਂ ਬਹੁਤ ਵਧੀਆ ਗੱਲ ਹੈ। ਕੋਈ ਬਿਜ਼ਨਸਮੈਨ ਹੈਗਾ, ਉਹ ਤਾਂ ਬਿਜ਼ਨਸ ਰਜਿਸਟਰਡ ਹੋਣਾ ਚਾਹੀਦਾ, ਉਹਦੀਆਂ ITR ਪ੍ਰੋਪਰ ਭਰੀਆਂ ਹੋਣੀਆਂ ਚਾਹੀਦੀਆਂ ਨੇ। ਤੀਜਾ ਹੋ ਗਿਆ ਐਗਰੀਕਲਚਰ। ਜਿਹੜੇ ਬੰਦੇ ਖੇਤੀਬਾੜੀ ਕਰਦੇ ਨੇ ਉਹ ITR ਨਹੀਂ ਭਰਦੇ। ਜੇ ਫਾਰਮ ਸਭ ਤੋਂ ਵਧੀਆ ਤਰੀਕਾ ਹੁੰਦਾ, ਤੁਸੀਂ ਆਪਦੇ ਜਿਹੜੇ ਜੇ ਫਾਰਮ ਉਹ ਲੈਣੇ। ਠੀਕ ਹੈ, ਪਿੰਡਾਂ ਦੇ ਵੀ ਜ਼ਿਆਦਾਤਰ ਕੀ ਹੁੰਦਾ ਹੈ, ਯੰਗ ਏਜ ਦੇ ਵਿੱਚ ਜ਼ਮੀਨ ਆਪਣੇ ਨਾਂ 'ਤੇ ਨਹੀਂ ਹੁੰਦੀ, ਫਾਦਰ ਦੇ ਜਾਂ ਦਾਦੇ ਦੇ ਨਾਂ 'ਤੇ ਹੁੰਦੀ ਹੈ। ਸੋ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਡੇ ਨਾਂ 'ਤੇ ਜੇ ਫਾਰਮ ਆਉਣ, ਤੁਸੀਂ ਆਪਦੇ ਨਾਂ 'ਤੇ ਜੇ ਫਾਰਮ ਲਓ। ਜੇ ਤੁਸੀਂ ਬਾਹਰ ਕਿਤੇ ਜਾਣਾ ਚਾਹੁੰਦੇ ਹੋ, ਤੁਸੀਂ ਗੌਰਮੈਂਟ ਜੌਬ 'ਤੇ ਹੋ, ਤੁਸੀਂ ਰਿਟਰਨ ਨਹੀਂ ਭਰਦੇ। ਵੈਸੇ ਤਾਂ ਜਿੰਨੇ ਵੀ ਗੌਰਮੈਂਟ ਆਰਗੇਨਾਈਜੇਸ਼ਨ ਨੇ ਤੁਹਾਡੀ ਰਿਟਰਨ ਆਪ ਭਰ ਦਿੰਦੀਆਂ ਨੇ। ਇਸ ਤੋਂ ਇਲਾਵਾ ਉੱਥੇ ਇੱਕ ਫਾਰਮ 16 ਹੁੰਦਾ ਹੈ। 16 ਨੰਬਰ ਫਾਰਮ ਜੇ ਤੁਹਾਡੇ ਕੋਲ ਹੈਗਾ ਤਾਂ ਤੁਹਾਨੂੰ ITR ਦੀ ਜ਼ਰੂਰਤ ਨਹੀਂ ਹੁੰਦੀ। ਸੋ ਦੋਸਤੋ, ਇਨਕਮ ਦੇ ਸਾਧਨ ਦੇ ਵਿੱਚ ਤੁਹਾਡੀ ITR, ਤੁਹਾਡੇ ਜੇ ਫਾਰਮ ਜਾਂ 16 ਨੰਬਰ ਫਾਰਮ ਤੁਸੀਂ ਲਗਾ ਕੇ ਆਪਦੀ ਜਿਹੜੀ ਹੈਗੀ ਹੈ ਉਹ ਇਨਕਮ ਸ਼ੋਅ ਕਰ ਸਕਦੇ ਹੋ। ਦੂਜਾ ਹੈਗਾ ਤੁਹਾਡੀ ਬੈਂਕ ਸਟੇਟਮੈਂਟ। ਵੀਜ਼ਾ ਲੈਣ ਦੇ ਵਿੱਚ ਜਿਹੜੀ
ਬੈਂਕ ਸਟੇਟਮੈਂਟ ਹੈ ਨਾ ਦੋਸਤੋ, ਉਹ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਹੈ ਉਹ ਬਹੁਤ ਵਧੀਆ ਹੋਣੀ ਚਾਹੀਦੀ ਹੈ। ਵਧੀਆ ਇਨ ਦਾ ਸੈਂਸ ਕਿ ਤੁਹਾਡੀਆਂ ਘੱਟੋ ਘੱਟ 25-30 ਟ੍ਰਾਂਜੈਕਸ਼ਨਾਂ ਹੋਣੀਆਂ ਚਾਹੀਦੀਆਂ ਨੇ ਬੈਂਕ ਸਟੇਟਮੈਂਟ। ਹੁਣ ਤੁਸੀਂ ਕਹੋਗੇ ਕਿ ਅਸੀਂ ਇੱਕ ਆਮ ਬੰਦਾ 25-30 ਮਹੀਨੇ ਦੀਆਂ ਟ੍ਰਾਂਜੈਕਸ਼ਨ ਕਿਵੇਂ ਦਿਖਾ ਸਕਦਾ? ਦਿਖਾ ਸਕਦਾ, ਬਿਲਕੁਲ ਦਿਖਾ ਸਕਦਾ। ਤੁਸੀਂ ਤੁਹਾਡੀ ਸੈਲਰੀ ਆਉਂਦੀ ਹੈ, ਫਰਜ਼ ਕਰੋ 20-25 ਹਜ਼ਾਰ ਸੈਲਰੀ ਆਉਂਦੀ ਹੈ, ਜਾਂ ਤੁਸੀਂ ਕਿਸੇ ਤੋਂ ਪੇਮੈਂਟ ਲੈ ਕੇ ਅਕਾਊਂਟ 'ਚ ਰੱਖ ਲਈ, ਉਹਨੂੰ ਤੁਸੀਂ ਦੋਸਤੋ ਯੂਜ਼ ਕਰੋ ਅਕਾਊਂਟ ਨੂੰ ਆਪਣੇ ਛੋਟੀ ਤੋਂ ਛੋਟੀ ਜਿਹੜੀ ਚੀਜ਼ ਤੁਸੀਂ ਪਰਚੇਜ ਕਰਨੀ ਨੇ ਆਪਣੇ ATM ਦੇ ਥਰੂ ਕਰੋ। ਈਵਨ ਕਿ ਤੁਸੀਂ ਮੋਟਰਸਾਈਕਲ, ਸਕੂਟਰ ਜਾਂ ਕਾਰ 'ਚ ਜੇ ਤੇਲ ਵੀ ਪਵਾਉਣਾ ਤਾਂ ਤੁਸੀਂ ATM ਦੇ ਥਰੂ ਪਵਾਓ। ਕਿਸੇ ਨੇ ਕੋਈ ਘਰ ਦਾ ਕੋਈ ਸਮਾਨ ਖਰੀਦਣ ਜਾਣਾ ਹੈਗਾ ਤਾਂ ਤੁਸੀਂ ATM ਦੇ ਥਰੂ ਕਰੋ, ਜਾਂ ਤੁਸੀਂ ਨੈੱਟ ਬੈਂਕਿੰਗ ਯੂਜ਼ ਕਰ ਸਕਦੇ ਹੋ, ਜਾਂ ਤੁਸੀਂ ਚੈੱਕ ਦਿਓ, ਤਾਂ ਕਿ ਤੁਹਾਡੀ ਜਿਹੜੀ ਸਟੇਟਮੈਂਟ ਹੈ ਉਹ ਵੱਧ ਤੋਂ ਵੱਧ ਸਟੇਟਮੈਂਟ ਦੇ ਵਿੱਚ ਵੱਧ ਤੋਂ ਵੱਧ ਟ੍ਰਾਂਜੈਕਸ਼ਨਾਂ ਹੋਣ, ਤਾਂ ਕਿ ਵੀਜ਼ਾ ਅਫਸਰ ਨੂੰ ਇਹ ਲੱਗੇ ਵੀ ਹਾਂ ਇਹ ਬੰਦਾ ਇੱਕ ਜੈਨੂਇਨ ਪ੍ਰੋਫਾਈਲ ਦਾ ਮਾਲਕ ਹੈਗਾ, ਇਹਦੇ ਕੋਲ ਪੈਸਾ ਆਉਂਦਾ ਹੈ ਤੇ ਉਹਨੂੰ ਯੂਜ਼ ਕਰਦਾ ਹੈ, ਤਾਂ ਕਿ ਜਿਹੜਾ ਪੈਸਾ ਆਏ ਉਹ ਦਿਖੇ। ਨਹੀਂ ਤਾਂ ਹੁੰਦਾ ਕੀ ਹੈ ਕਿ ਆਪਾਂ ਕਿਤੇ ਵੀ ਕੰਮ ਕਰਦੇ ਕੈਸ਼ ਕਰਦੇ, ਸੈਲਰੀ ਲੈ ਲਈ ਕੈਸ਼ 'ਚ ਲੈ ਲਈ, ਬਿਜ਼ਨਸ ਲੈ ਲਿਆ ਕੈਸ਼ ਕਰ ਲਿਆ, ਉਹਨੂੰ ਆਪਾਂ ਕਿਤੇ ਨਹੀਂ ਦਿਖਾ ਸਕਦੇ, ਕਿਉਂਕਿ ਅੰਬੈਸੀ ਨੇ ਤੁਹਾਡੇ ਪੇਪਰ ਮੰਨਣੇ ਹੈ। ਅੰਬੈਸੀ ਨੇ ਜ਼ਬਾਨੀ ਗੱਲਾਂ ਨਹੀਂ ਮੰਨਣੀਆਂ। ਜੇ ਤੁਸੀਂ ਕਹਿ ਦੋਗੇ ਮੇਰੇ ਕੋਲ 10 ਲੱਖ ਰੁਪਏ ਆਇਆ ਸੀਗਾ, ਪਰ ਜੇ ਉਹਦਾ ਸਬੂਤ ਤੁਹਾਡੇ ਕੋਲ ਨਹੀਂ ਹੈਗਾ ਤਾਂ ਅੰਬੈਸੀ ਇਹ ਚੀਜ਼ ਨਹੀਂ ਮੰਨਦੀ। ਸੋ ਪਹਿਲੀ ਹੈ ਇਨਕਮ ਦਾ ਪ੍ਰੂਫ ਤੁਹਾਡਾ ਬਹੁਤ ਵਧੀਆ ਹੋਵੇ, ਤੁਹਾਡੇ ਕੋਲ ITR ਹੋਵੇ ਜੇ ਫਾਰਮ ਹੋਣ, ਜਾਂ ਤੁਹਾਡੇ ਕੋਲ ਫਾਰਮ 16 ਹੋਵੇ। ਦੂਜਾ ਤੁਹਾਡੀ ਬੈਂਕ ਸਟੇਟਮੈਂਟ। ਬੈਂਕ ਸਟੇਟਮੈਂਟ ਦੋਸਤੋ ਤੁਹਾਡੀ ਮੂੰਹੋਂ ਬੋਲਦੀ ਹੋਣੀ ਚਾਹੀਦੀ ਹੈ। ਤੀਜਾ ਆ ਗਿਆ ਤੁਹਾਡੀ ਪ੍ਰਾਪਰਟੀ ਦੀ ਵੈਲਿਊਏਸ਼ਨ। ਤੁਹਾਡੇ ਨਾਂ 'ਤੇ ਕੋਈ ਪ੍ਰਾਪਰਟੀ ਹੈ, ਕੋਈ ਦੁਕਾਨ ਹੈ, ਕੋਈ ਤੁਹਾਡਾ ਮਕਾਨ ਹੈ, ਜ਼ਮੀਨ ਹੈ, ਤੁਹਾਡੇ ਨਾਂ 'ਤੇ ਹੋਵੇ, ਤੁਹਾਡੇ ਫਾਦਰ ਦੇ ਨਾਂ 'ਤੇ ਹੋਵੇ, ਤੁਹਾਡੇ ਦਾਦੇ ਦੇ ਨਾਂ 'ਤੇ ਹੋਵੇ, ਤੁਹਾਡੀ ਮਦਰ ਦੇ ਨਾਂ 'ਤੇ ਹੋਵੇ। ਸੋ ਜਿਹੜੀ ਦੋਸਤੋ ਤੁਹਾਡੀ ਪ੍ਰਾਪਰਟੀ ਵੈਲਿਊਏਸ਼ਨ ਹੈ, ਪ੍ਰਾਪਰਟੀ ਹੈ, ਇਹਦੀ ਪ੍ਰੋਪਰ ਵੈਲਿਊਏਸ਼ਨ ਕਰਾ ਕੇ ਤੁਸੀਂ ਜਿਹੜੀ ਆਪਦੀ ਉਹਦੇ ਨਾਲ ਲਾਣੀ ਹੈਗੀ ਹੈ। ਤੀਜੀ ਚੀਜ਼ ਹੈਗੀ ਹੈ ਦੋਸਤੋ, ਉਹ ਹੈਗਾ ਤੁਹਾਡੀ ਟਰੈਵਲ ਹਿਸਟਰੀ। ਠੀਕ ਹੈ ਜੀ, ਜੇ ਤੁਸੀਂ ਅਫੋਰਡ ਕਰ ਸਕਦੇ ਹੋ, ਜੇਕਰ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਪਹਿਲਾਂ 2-3-4 ਕੰਟਰੀਆਂ ਜ਼ਰੂਰ ਘੁੰਮੋ। ਠੀਕ ਹੈ, ਟਰੈਵਲ ਹਿਸਟਰੀ ਦਾ ਮਤਲਬ ਇਹ ਨਹੀਂ ਹੈ ਜੇ ਟਰੈਵਲ ਹਿਸਟਰੀ ਨਹੀਂ ਹੋਈ ਤੁਹਾਡਾ ਵੀਜ਼ਾ ਨਹੀਂ ਲੱਗਣਾ, ਇਹ ਵੀ ਨਹੀਂ ਹੈਗਾ। ਹਾਂ, ਜੇ ਟਰੈਵਲ ਹਿਸਟਰੀ ਹੋਊਗੀ ਉਹਦੇ ਨਾਲ ਵੀਜ਼ਾ ਅਫਸਰ ਨੂੰ ਇਹ ਸ਼ੋਰ ਹੋ ਜਾਂਦੀ ਹੈ ਚੀਜ਼ ਕਿ ਜਿਹੜਾ ਬੰਦਾ ਹੈਗਾ ਇਹ ਬਾਕੀ ਜੈਨੂਇਨ ਟੂਰਿਸਟ ਹੈਗਾ, ਇਹ ਪਹਿਲਾਂ ਵੀ UK ਆਉਣ ਤੋਂ ਪਹਿਲਾਂ ਵੀ ਕਿਤੇ ਹੋਰ ਕੰਟਰੀਆਂ 'ਚ ਘੁੰਮਿਆ ਹੋਇਆ, ਔਰ ਵਧੀਆ ਕੰਟਰੀਆਂ ਘੁੰਮੋ। ਲਾਈਕ ਇਸ ਤਰ੍ਹਾਂ ਦੀ ਕੰਟਰੀ ਘੁੰਮੋ ਜਿਵੇਂ ਰਸ਼ੀਆ ਤੁਸੀਂ ਜਾ ਸਕਦੇ ਹੋ, ਸਿੰਗਾਪੁਰ ਜਾ ਸਕਦੇ ਹੋ, ਦੁਬਈ ਜਾ ਸਕਦੇ ਹੋ, ਮਲੇਸ਼ੀਆ ਜਾ ਸਕਦੇ ਹੋ। ਖਾਸ ਕਰਕੇ ਉਹ ਕੰਟਰੀਆਂ ਘੁੰਮੋ ਜਿੱਥੋਂ ਦੇ ਸਟਿੱਕਰ ਵੀਜ਼ੇ ਤੁਹਾਡੇ ਪਾਸਪੋਰਟ 'ਤੇ ਲੱਗ ਜਾਣ। ਠੀਕ ਹੈ, ਸਟਿੱਕਰ ਵੀਜ਼ੇ ਦੀ ਜਿਹੜੀ ਵੈਲਿਊ ਹੈਗੀ ਹੈ, ਕਿਉਂਕਿ ਨੈਚੁਰਲੀ ਜਦੋਂ ਵੀਜ਼ਾ ਅਫਸਰ ਨੇ ਤੁਹਾਡਾ ਪਾਸਪੋਰਟ ਖੋਲ੍ਹਣਾ ਹੈਗਾ, ਜੋ 5-7 ਵੀਜ਼ੇ ਲੱਗੇ ਹੋਣਗੇ ਤਾਂ ਉਹਦਾ ਜਿਹੜਾ ਇੰਪੈਕਟ ਹੈ ਦੋਸਤੋ ਉਹ ਵੱਖਰਾ ਹੀ ਪੈਂਦਾ ਹੈਗਾ। ਵੀਜ਼ਾ 'ਤੇ ਵੀ ਤੁਸੀਂ ਜਾ ਸਕਦੇ ਹੋ, ਐਂਟਰੀ ਦਾ ਸਟੈਂਪ ਤਾਂ ਉਹਦੀ ਵੀ ਹੁੰਦੀ ਹੈ, ਬਟ ਜੇ ਤੁਸੀਂ ਸਟਿੱਕਰ ਵੀਜ਼ਾ ਲੈ ਲਓਗੇ ਤਾਂ ਵਧੀਆ ਗੱਲ ਹੈ। ਸੋ ਵਧੀਆ ਤੁਹਾਡੇ ਕੋਲ ITR ਹੋਵੇ, ਤੁਹਾਡੇ ਕੋਲ J ਫਾਰਮ ਹੋਣ, ਜਾਂ ਤੁਹਾਡੇ ਕੋਲ 16 ਨੰਬਰ ਫਾਰਮ ਹੋਵੇ। ਠੀਕ ਹੈ ਜੀ, ਇਸ ਤੋਂ ਇਲਾਵਾ ਤੁਹਾਡੀ ਸਟੇਟਮੈਂਟ ਬਹੁਤ ਵਧੀਆ ਹੋਵੇ, ਉਹਦੇ 'ਚ ਬੈਲੈਂਸ 4-5 ਲੱਖ ਦਾ ਬੈਲੈਂਸ ਹੋਵੇ, ਅਤੇ 6 ਮਹੀਨੇ ਤੁਹਾਡੀ ਵਧੀਆ ਸਟੇਟਮੈਂਟ ਜਿਹਦੇ ਵਿੱਚ ਹਰੇਕ ਮਹੀਨੇ 25-30 ਟ੍ਰਾਂਜੈਕਸ਼ਨਸ ਹੋਣ, ਇਹ ਤੁਸੀਂ ਕਰ ਲਓ। ਠੀਕ ਹੈ ਜੀ, ਤੀਜਾ ਤੁਹਾਡੀ ਪ੍ਰਾਪਰਟੀ ਦੀ ਵੈਲਿਊਏਸ਼ਨ ਤੁਸੀਂ ਕਰ ਸਕਦੇ ਹੋ। ਚੌਥਾ ਤੁਹਾਡੀ ਟਰੈਵਲ ਹਿਸਟਰੀ। ਮੈਂ ਕਹਿੰਦਾ ਜੇ ਤੁਸੀਂ ਇਹ ਸਾਰੀਆਂ ਗੱਲਾਂ ਕਰ ਲਓਗੇ ਨਾ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਆਪਣਾ ਵੀਜ਼ਾ ਆਪ ਵੀ ਜੇ ਅਪਲਾਈ ਕਰੋਗੇ ਤਾਂ ਵੀ ਤੁਹਾਡਾ 100% ਵੀਜ਼ਾ ਆਊਗਾ। ਅਪਲਾਈ ਕਰਨ ਦਾ ਤਰੀਕਾ ਹੁੰਦਾ, ਤੁਹਾਡੇ ਕੋਲ ਟਰੈਵਲ ਹਿਸਟਰੀ ਵਧੀਆ ਹੈਗੀ ਹੈ, ਤੁਹਾਡੇ ਕੋਲ ਟ੍ਰਾਂਜੈਕਸ਼ਨਾਂ ਚੰਗੀਆਂ ਹੈਗੀਆਂ ਨੇ, ਤੁਹਾਡੇ ਕੋਲ ਇਨਕਮ ਦਾ ਸਾਧਨ ਵਧੀਆ ਹੈਗਾ, ਤੁਸੀਂ ਆਪਦਾ ਬਿਜ਼ਨਸ ਰਜਿਸਟਰ ਕਰਾਇਆ ਹੋਇਆ ਹੈਗਾ, ਤਾਂ ਤੁਹਾਨੂੰ ਕਿਸੇ ਸਾਡੇ ਵਰਗੇ ਕੰਸਲਟੈਂਟ ਦੀ ਵੀ ਜ਼ਰੂਰਤ ਨਹੀਂ ਹੈਗੀ। ਤੁਸੀਂ ਆਪਦਾ ਵੀਜ਼ਾ ਆਪ ਅਪਲਾਈ ਕਰਕੇ ਜਿਹੜਾ ਦੋਸਤੋ ਉਹ ਵੀਜ਼ਾ ਲੈ ਸਕਦੇ ਹੋ, ਕਿਉਂਕਿ ਵੀਜ਼ਾ ਨਾ ਕਿਸੇ ਕੰਸਲਟੈਂਟ ਨਹੀਂ ਲੈ ਕੇ ਦੇਣਾ। ਜੇ ਮੈਂ ਕਹਾਂ ਕਿ ਮੈਂ ਤੁਹਾਡਾ ਵੀਜ਼ਾ ਲੈ ਦੂੰਗਾ, ਨੋ, ਕੋਈ ਬੰਦਾ ਤੁਹਾਡਾ ਵੀਜ਼ਾ ਨਹੀਂ ਲੈ ਸਕਦਾ। ਵੱਡੀ ਤੋਂ ਵੱਡੀ ਕੰਪਨੀ ਜਿਹਦੀ ਬਹੁਤ ਵੱਡੀ ਐਡ ਆਉਂਦੀ ਹੈ ਉਹ ਵੀ ਤੁਹਾਡਾ ਵੀਜ਼ਾ ਨਹੀਂ ਲਊਗੀ। ਤੁਹਾਡਾ ਵੀਜ਼ਾ ਤੁਹਾਡੇ ਕਾਗਜ਼ਾਂ ਨੇ ਲੈਣਾ, ਤਾਂ ਫਿਰ ਕਿਉਂ ਨਾ ਜਿਹੜੇ ਕਾਗਜ਼ਾਂ ਤੁਸੀਂ ਆਪ ਬਣਾਓ, ਕਿਉਂ ਤੁਸੀਂ ਪੈਸੇ ਖਰਾਬ ਕਰਦੇ ਹੋ। ਹੁਣ UK ਦੀ ਗੱਲ ਕਰ ਲਈਏ, ਕੈਨੇਡਾ ਦੀ ਕਰ ਲਈਏ, ਅਮਰੀਕਾ ਦੀ ਗੱਲ, ਲੱਖਾਂ ਰੁਪਏ ਜਿਹੜੇ ਏਜੰਟ ਉਹ ਮੰਗਦੇ ਨੇ, ਹੈ ਨਾ, ਵੀ ਸਾਨੂੰ 10 ਲੱਖ ਰੁਪਏ ਦੇ ਦਿਓ, ਤੁਹਾਡਾ ਵੀਜ਼ਾ ਲਵਾ ਕੇ ਦੇ ਦਾਂਗੇ। ਇਹ ਤੁਸੀਂ ਜਿਹੜੇ ਡਾਕੂਮੈਂਟ ਤਿਆਰ ਦੋਸਤੋ ਕਰਨੇ ਨੇ, ਇਹ ਤਾਂ ਹਰ ਬੰਦਾ ਤਿਆਰ ਕਰ ਸਕਦਾ, ਭਾਵੇਂ ਕਿਸੇ ਦਾ ਛੋਟਾ ਬਿਜ਼ਨਸ ਹੈ, ਭਾਵੇਂ ਕਿਸੇ ਦਾ ਵੱਡਾ ਬਿਜ਼ਨਸ ਹੈ। ਹਾਂ, ਆਪਾਂ ਨੂੰ ਕਰਨੇ ਨਹੀਂ ਆਉਂਦੇ, ਹੈ ਨਾ, ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਕਿਵੇਂ ਡਾਕੂਮੈਂਟ ਤਿਆਰ ਕਰੀਏ। ਲਾਈਕ ਮੈਂ ਦੱਸ ਦਿੰਦਾ ਵੀ ਜੇ ਕੋਈ ਛੋਟਾ ਕੰਮ ਕਰਦਾ ਬੰਦਾ, ਛੋਟਾ ਕੰਮ ਇਨ ਦਾ ਸੈਂਸ ਕੀ ਹੋ ਗਿਆ, ਕਿਸੇ ਦੀ ਆਟਾ ਚੱਕੀ ਹੈ, ਠੀਕ ਹੈ ਜੀ, ਕੋਈ ਪੇਂਟਰ ਦਾ ਕੰਮ ਕਰਦਾ, ਕੋਈ ਛੋਟੇ-ਮੋਟੇ ਕੰਟਰੈਕਟ ਲੈਂਦਾ ਹੈਗਾ, ਠੀਕ ਹੈ ਜੀ, ਕਿਸੇ ਦੀ ਕੋਈ ਮੋਟਰਸਾਈਕਲ, ਸਕੂਟਰ ਰਿਪੇਅਰ ਕਰਨ ਦੀ ਦੁਕਾਨ ਹੈਗੀ ਹੈ, ਕੋਈ ਗੱਡੀਆਂ ਦਾ ਕੰਮ ਕਰਦਾ ਹੈਗਾ, ਕੋਈ ਪ੍ਰੋਪਰਟੀ ਦਾ ਕੰਮ ਕਰਦਾ ਹੈਗਾ। ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਆਪਦਾ ਬਿਜ਼ਨਸ ਰਜਿਸਟਰ ਕਰਾਓ। MSME ਦੇ ਥਰੂ ਤੁਹਾਡਾ ਬਿਜ਼ਨਸ ਰਜਿਸਟਰਡ ਹੋ ਜਾਂਦਾ, ਫ੍ਰੀ ਆਫ ਕਾਸਟ ਰਜਿਸਟਰਡ ਤੁਹਾਡਾ ਜਿਹੜਾ ਬਿਜ਼ਨਸ ਉਹ ਹੋ ਜਾਂਦਾ ਹੈਗਾ। ਇਸ ਤੋਂ ਇਲਾਵਾ ਲੇਬਰ ਡਿਪਾਰਟਮੈਂਟ ਦੇ ਵਿੱਚ ਰਜਿਸਟਰਡ ਹੋ ਜਾਂਦਾ, ਫਾਰਮ F ਜਿਹੜਾ ਮਿਲ ਜਾਂਦਾ ਤੁਹਾਨੂੰ, ਫ੍ਰੀ ਆਫ ਕਾਸਟ ਤੁਹਾਡਾ ਜਿਹੜਾ ਬਿਜ਼ਨਸ ਰਜਿਸਟਰਡ ਹੋ ਜਾਂਦਾ ਹੈ। ਉਸ ਤੋਂ ਬਾਅਦ ਜੇ ਤੁਸੀਂ ਤੁਹਾਡੀ ਪਾਕਟ ਅਲਾਓ ਕਰਦੀ ਆਪਣੇ ਬਿਜ਼ਨਸ ਦੀ ਇੱਕ ਵੈਬਸਾਈਟ ਬਣਾਓ,
4-5 ਹਜ਼ਾਰ ਦੇ ਵਿੱਚ ਤੁਹਾਡੀ ਜਿਹੜੀ ਵੈਬਸਾਈਟ ਹੈ ਉਹ ਬਣ ਜਾਂਦੀ ਹੈਗੀ। ਦੋ ਚੀਜ਼ਾਂ ਤੁਹਾਡੇ ਕੋਲ ਆ ਗਈਆਂ, ਤੁਹਾਡਾ ਬਿਜ਼ਨਸ ਰਜਿਸਟਰਡ ਹੋ ਗਿਆ, ਤੁਹਾਡੀ ਵੈਬਸਾਈਟ ਬਣ ਗਈ, ਤੁਸੀਂ ਆਨਲਾਈਨ ਹੋ ਗਏ, ਤੁਹਾਨੂੰ ਕੋਈ ਵੀ ਬੰਦਾ ਵੀ ਆਨਲਾਈਨ ਚੈੱਕ ਕਰ ਸਕਦਾ। ਜੇ ਤੁਸੀਂ ਇਹ ਕਾਗਜ਼ ਆਪਣੇ ਵੀਜ਼ਾ ਡਾਕੂਮੈਂਟੇਸ਼ਨ ਵੀਜ਼ਾ ਐਪਲੀਕੇਸ਼ਨ ਚਲਾਓਗੇ, ਜਿਹੜਾ ਵੀਜ਼ਾ ਆਫਿਸਰ ਹੈ ਉਹ ਵੀ ਆਨਲਾਈਨ ਚੈੱਕ ਕਰ ਸਕਦਾ ਤੁਹਾਡੇ। ਤੇ ਦੋ ਚੀਜ਼ਾਂ ਹੋ ਗਈਆਂ। ਤੀਜਾ ਤੁਹਾਡੀ ਬੈਂਕ ਦੀ ਸਟੇਟਮੈਂਟ ਹੋ ਗਈ ਹੈ। ਬੈਂਕ ਦੀ ਸਟੇਟਮੈਂਟ ਜਦੋਂ 25 ਟ੍ਰਾਂਜੈਕਸ਼ਨਾਂ ਪਰ ਮੰਥ ਦੀਆਂ ਹੋਣਗੀਆਂ ਤਾਂ ਉਹਦਾ ਜਿਹੜਾ ਹੈਗਾ ਨਾ ਉਹ ਵੱਖਰਾ ਇੰਪੈਕਟ ਪੈਂਦਾ ਵੀਜ਼ਾ ਅਫਸਰ 'ਤੇ। ਚੌਥਾ ਤੁਹਾਡੀ ਟਰੈਵਲ ਹਿਸਟਰੀ ਹੋਊਗੀ। ਸੋ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਵਧੀਆ ਤਰੀਕੇ ਨਾਲ ਕਰੋਗੇ ਤਾਂ ਮੇਰਾ ਇਹ ਮੰਨਣਾ ਹੈਗਾ ਕਿ ਤੁਸੀਂ 100% ਜਿਹੜਾ ਆਪਦਾ ਵੀਜ਼ਾ ਸ਼ਾਰਟ ਲੈ ਸਕਦੇ ਹੋ। ਕੋਈ ਬੰਦਾ ਤੁਹਾਨੂੰ ਸ਼ਾਰਟ ਨਹੀਂ ਦਵਾ ਸਕਦਾ ਵੀਜ਼ਾ। ਜੇ ਕੋਈ ਏਜੰਟ ਤੁਹਾਨੂੰ ਕਮਿਟਮੈਂਟ ਕਰਦਾ ਨਾ ਮੈਂ ਸ਼ਾਰਟ ਵੀਜ਼ਾ ਦਵਾਉਂਗਾ, ਉਸ ਨੇ ਵੀ ਦੋਸਤੋ ਤੁਹਾਡੇ ਪੇਪਰ ਹੀ ਤਿਆਰ ਕਰਨੇ ਹੈ, ਠੀਕ ਹੈ, ਉਹਨੇ ਵੀ ਤੁਹਾਡੇ ਪੇਪਰ ਹੀ ਬਣਾਉਣੇ। ਉਹ ਫੇਕ ਪੇਪਰ ਬਣਾਊਗਾ, ਜਦੋਂ ਕਿ ਤੁਸੀਂ ਠੀਕ ਹੈ ਓਰੀਜਨਲ ਪੇਪਰ ਬਣਾ ਸਕਦੇ ਹੋ। ਫੇਕ ਦੇ ਵਿੱਚ ਬੈਨ ਲੱਗਣ ਦੇ ਚਾਂਸਿਸ ਵੀ ਹੁੰਦੇ ਨੇ। ਤੁਸੀਂ ਇਮੀਡੀਏਟ ਪੇਪਰ ਬਣਾਏ, ਕੁਝ ਫੇਕ ਬਣਾਏ, ਕੁਝ ਅਸਲੀ ਬਣਾਏ, ਠੀਕ ਹੈ ਜੀ, ਏਜੰਟ ਨੇ, ਉਹ ਤੁਹਾਡਾ ਬੈਨ ਲੱਗਣ ਦੇ ਚਾਂਸਿਸ ਹੁੰਦੇ ਨੇ। ਜਿਹੜੇ ਤੁਸੀਂ ਆਪ ਪੇਪਰ ਬਣਾਓਗੇ ਉਹ ਓਰੀਜਨਲ ਹੋਣਗੇ, ਤੁਹਾਡਾ ਬਿਜ਼ਨਸ ਰਜਿਸਟ੍ਰੇਸ਼ਨ ਓਰੀਜਨਲ ਹੋਊਗੀ, ਤੁਹਾਡੀ ਟ੍ਰਾਂਜੈਕਸ਼ਨਸ ਓਰੀਜਨਲ ਹੋਊਗੀ, ਤੁਹਾਡੇ ਕੋਲ ਫੰਡ ਜੈਨੂਇਨ ਹੋਣਗੇ, ਟਰੈਵਲ ਹਿਸਟਰੀ ਤੁਹਾਡੀ ਜੈਨੂਇਨ ਹੋਊਗੀ, ਠੀਕ ਹੈ। ਸੋ ਕਿਉਂ ਨਾ ਜੇ ਤੁਸੀਂ ਜਿਹੜੇ ਤੁਹਾਡੇ ਤੁਸੀਂ ਪੇਪਰ ਏਜੰਟ ਤੋਂ ਬਣਾਉਣੇ, ਤੁਸੀਂ ਉਹ ਪੇਪਰ ਖੁਦ ਬਣਾਓ। ਤੁਸੀਂ ਲੱਖਾਂ ਦੀ ਥਾਂ 'ਤੇ ਹਜ਼ਾਰਾਂ ਦੇ ਵਿੱਚ ਆਪਣਾ ਵੀਜ਼ਾ ਲੈ ਸਕਦੇ ਹੋ। ਕਿੱਥੇ ਤੁਸੀਂ 10 ਲੱਖ ਰੁਪਇਆ ਪੇ ਕਰਨਾ, 15-15, 20 ਲੱਖ ਰੁਪਇਆ ਮੰਗਦੇ ਨੇ, ਠੀਕ ਹੈ। ਕਿੱਥੇ ਤੁਸੀਂ ਜਿਹੜਾ ਹੈਗਾ ਉਹ ਸਾਰਾ ਹੀ ਅੰਬੈਸੀ ਫੀਸ ਭਰ ਕੇ ਤੇ ਜਿਹੜਾ ਇਹ ਤੁਹਾਡੀ ਟ੍ਰਾਂਜੈਕਸ਼ਨਾਂ ਦੀ ਇਹ ਹਜ਼ਾਰਾਂ ਦੇ ਵਿੱਚ ਤੁਸੀਂ ਵੀਜ਼ਾ ਲੈ ਸਕਦੇ ਹੋ। ਸੋ ਮੇਰਾ ਜਿਹੜਾ ਵੀਡੀਓ ਬਣਾਉਣ ਦਾ ਤੁਹਾਨੂੰ ਅਵੇਅਰ ਕਰਨ ਦਾ ਇਹੀ ਮਕਸਦ ਸੀਗਾ ਵੀ ਤੁਸੀਂ ਆਪਦੇ ਪੇਪਰ ਜਿਹੜੇ ਹੈਗੇ ਆਪ ਤਿਆਰ ਕਰੋ ਔਰ ਆਪ ਤੁਸੀਂ ਵੀਜ਼ਾ ਅਪਲਾਈ ਕਰੋ। ਤੁਸੀਂ ਬਿਲਕੁਲ ਵੀਜ਼ਾ ਅਪਲਾਈ ਕਰ ਸਕਦੇ ਹੋ, ਸਾਰਾ ਕੁਝ ਆਨਲਾਈਨ ਹੈ। ਜਿਹੜਾ ਬੰਦਾ 10 ਜਾਂ 12 ਪੜ੍ਹਿਆ ਹੋਇਆ ਦੋਸਤੋ, ਉਹ ਵੀਜ਼ਾ ਆਪਦਾ ਖੁਦ ਅਪਲਾਈ ਕਰ ਸਕਦਾ। ਤੁਹਾਨੂੰ ਕਿਤੇ ਏਜੰਟਾਂ ਕੋਲ ਧੱਕੇ ਖਾਣ ਦੀ ਜ਼ਰੂਰਤ ਨਹੀਂ, ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ, ਕੋਈ ਫਾਲਤੂ ਜਿਹੜਾ ਪੈਸਾ ਹੈਗਾ ਉਹ ਤੁਸੀਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਆਪਦੀ ਪ੍ਰੋਫਾਈਲ ਬਣਾਓ। ਜਿੰਨਾ ਪੈਸਾ ਤੁਸੀਂ ਏਜੰਟਾਂ ਨੂੰ ਦਿਓਗੇ ਉਨੇ ਪੈਸੇ ਨਾਲ ਤੁਸੀਂ ਘੁੰਮੋ, ਤੁਸੀਂ 4-5 ਕੰਟਰੀ ਘੁੰਮੋ, ਠੀਕ ਹੈ। 70-80 ਹਜ਼ਾਰ ਲੱਖ ਰੁਪਏ 'ਚ ਤੁਸੀਂ 4 ਕੰਟਰੀਆਂ ਘੁੰਮ ਸਕਦੇ ਹੋ। ਉਹਦਾ ਬੈਨੀਫਿਟ ਕੀ ਹੈ? ਇੱਕ ਤਾਂ ਤੁਸੀਂ ਘੁੰਮੋਗੇ, ਤੁਹਾਨੂੰ ਐਕਸਪੀਰੀਅੰਸ ਹੋਊਗਾ ਵਰਲਡ ਦਾ, ਤੁਹਾਡਾ ਕੌਨਫੀਡੈਂਸ ਲੈਵਲ ਵੱਧਦਾ ਹੈ। ਤੁਸੀਂ ਹਰ ਕੰਟਰੀ ਜਾਓਗੇ, ਇਮੀਗ੍ਰੇਸ਼ਨ ਅਫਸਰ ਨਾਲ ਗੱਲ ਕਰਦੇ ਹੋ, ਤੁਹਾਡਾ ਕੌਨਫੀਡੈਂਸ ਲੈਵਲ ਵੱਧਦਾ ਹੈਗਾ। ਦੂਜਾ ਹੈਗਾ ਕਿ ਤੁਹਾਡਾ ਜਿਹੜਾ ਪੈਸਾ ਉਹ ਪ੍ਰੋਪਰ ਯੂਟਿਲਾਈਜ਼ ਹੁੰਦਾ ਹੈਗਾ। ਤੀਜਾ ਤੁਹਾਡੇ ਪਾਸਪੋਰਟ ਦੀ ਵੈਲਿਊ ਬਣਦੀ ਹੈ, ਠੀਕ ਹੈ ਜੀ। ਚੌਥਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਵੀਜ਼ਾ ਲੈਣ ਦੇ ਵਿੱਚ ਜਿਹੜੀਆਂ ਕੰਮ ਆਉਂਦੀਆਂ। ਸੋ ਟਰੈਵਲ ਹਿਸਟਰੀ ਬਣਾਓ, ਆਪਣਾ ਪੈਸਾ ਆਪਣੇ 'ਤੇ ਖਰਚੋ, ਆਪਣੇ 'ਤੇ ਕਿਸੇ ਏਜੰਟ ਨੂੰ ਪੈਸਾ ਦੇਣ ਦੀ ਬਜਾਏ ਜਿਹੜਾ ਪੈਸਾ ਆਪਣੇ 'ਤੇ ਖਰਚੋ, ਆਪਣੇ 'ਤੇ ਇਨਵੈਸਟ ਕਰੋ। ਘੁੰਮੋ, ਤੁਹਾਨੂੰ ਘੁੰਮ ਕੇ ਬੜਾ ਕੁਝ ਮਿਲਦਾ ਹੈਗਾ, ਠੀਕ ਹੈ, ਬੜਾ ਕੁਝ ਸਿੱਖਣ ਨੂੰ ਮਿਲਦਾ, ਦੇਖਣ ਨੂੰ ਮਿਲਦਾ। ਅਤੇ ਵੈਸੇ ਵੀ ਜਿਹੜਾ ਆਪ ਦਾ ਕੌਨਫੀਡੈਂਟ ਲੈਵਲ ਵੱਧਦਾ ਕਿ ਮੈਂ 4 ਕੰਟਰੀਆਂ ਘੁੰਮ ਕੇ ਆ ਗਿਆ, ਜੇ ਕੱਲ੍ਹ ਨੂੰ ਮੇਰੀ ਇੰਟਰਵਿਊ ਵੀ ਕਿਸੇ ਵੱਡੀ ਕੰਟਰੀ 'ਤੇ ਆਉਂਦੀ ਤਾਂ ਮੈਂ ਕੱਢ ਲੂੰਗਾ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੈਂ 4 ਥਾਵਾਂ 'ਤੇ ਜਾ ਕੇ ਆਪਦਾ ਜਿਹੜਾ ਉਹਨੂੰ ਫੇਸ ਕੀਤਾ ਹੋਇਆ, ਇਮੀਗ੍ਰੇਸ਼ਨ ਅਫਸਰ ਨੂੰ ਫੇਸ ਕੀਤਾ ਹੋਇਆ ਹੈਗਾ, ਠੀਕ ਹੈ ਜੀ। ਟਰੈਵਲ ਹਿਸਟਰੀ ਘੁੰਮੋ। ਇਸ ਤੋਂ ਇਲਾਵਾ ਆਪਣਾ ਬਿਜ਼ਨਸ ਸਟਾਰਟ ਕਰਾਓ। ਜੇ ਤੁਸੀਂ ਕਿਤੇ ਜੌਬ ਕਰਦੇ ਹੋ, ਕਿਸੇ ਪ੍ਰਾਈਵੇਟ ਕੰਪਨੀ 'ਚ ਕਰਦੇ ਹੋ, ਉਹਨੂੰ ਕਹੋ ਕਿ ਭਾਈ ਮੇਰੀ ਜਿਹੜੀ ਸੈਲਰੀ ਅਕਾਊਂਟ 'ਚ ਪਾਏ, ਠੀਕ ਹੈ। ਜੇ ਤੁਸੀਂ ਕਿਤੇ ਵੱਡੀ ਜੌਬ ਕਰਦੇ ਹੋ ਤਾਂ ਫਾਰਮ ਨੰਬਰ 16। ਸੋ ਇਹ ਹੁੰਦੀ ਹੈ ਪ੍ਰੋਫਾਈਲ ਦੇ ਵਿੱਚ ਤੁਸੀਂ ਆਪਦੀ ਰਿਟਰਨਾਂ ਭਰੋ, ਤੁਸੀਂ ਆਪਦੀ ਜਿਹੜੀ ਬੈਂਕ ਸਟੇਟਮੈਂਟ ਹੈ ਇਹਨੂੰ ਵਧੀਆ ਤਰੀਕੇ ਨਾਲ ਮੇਨਟੇਨ ਕਰੋ, ਤੁਸੀਂ ਆਪਦਾ ਬਿਜ਼ਨਸ ਰਜਿਸਟਰ ਕਰਾਓ, ਤੁਸੀਂ ਜੇ ਫਾਰਮਾਂ ਨੂੰ ਸਾਂਭੋ ਤੁਸੀਂ, ਠੀਕ ਜੀ। ਅਤੇ ਤੁਹਾਡਾ ਬੈਲੈਂਸ 4-5 ਲੱਖ ਦਾ ਤੁਸੀਂ ਬੈਲੈਂਸ ਉਹ ਵੀ ਪੁਰਾਣਾ ਰੱਖੋ, 2-3 ਮਹੀਨੇ ਪਹਿਲਾਂ ਰੱਖੋ। ਬੈਲੈਂਸ ਜਦੋਂ ਤੁਸੀਂ ਸ਼ੋਅ ਕਰਨਾ ਕਦੇ ਵੀ ਇਕੱਠਾ ਨਹੀਂ ਪਾਉਣਾ ਹੈ ਵੀ 4 ਲੱਖ ਤੁਸੀਂ ਸ਼ੋਅ ਕੀਤਾ ਹੈਗਾ ਇਕੱਠਾ ਪਾਤਾ ਨੂੰ। ਤੁਸੀਂ 50-50 ਹਜ਼ਾਰ ਕਰਕੇ 20-20 ਹਜ਼ਾਰ ਕਰਕੇ ਆਪਣਾ, ਤਾਂ ਕਿ ਐਮਬੈਸੀ ਅਫਸਰ ਨੂੰ ਕਿਤੇ ਵੀ ਇਹ ਨਾ ਲੱਗੇ ਵੀ ਇਹ ਤਾਂ ਇਮੀਡੀਏਟ ਨੇ ਪੈਸਾ ਪਾਇਆ, ਸਿਰਫ ਬਾਹਰ ਜਾਣ ਦਾ ਪਰਪਸ ਹੈਗਾ। ਤੁਹਾਨੂੰ ਦੋਸਤੋ ਵੀਜ਼ਾ ਤਾਂ ਮਿਲਣਾ ਹੈਗਾ ਜਦੋਂ ਐਮਬੈਸੀ ਅਫਸਰ ਨੂੰ ਇਹ ਲੱਗੂਗਾ ਕਿ ਤੁਹਾਡੇ ਕੋਲ ਇਨਕਮ ਦਾ ਸਾਧਨ ਵੀ ਵਧੀਆ ਹੈਗਾ, ਤੁਹਾਡੇ ਕੋਲ ਫੰਡ ਵੀ ਜੈਨੂਇਨ ਨੇ ਅਤੇ ਤੁਹਾਡੇ ਕੋਲ ਇਨਕਮ ਦਾ ਸਾਧਨ ਵਧੀਆ ਵੀ ਹੈਗਾ, ਅਤੇ ਜਿਸ ਤੋਂ ਇਹ ਚੀਜ਼ ਸਾਬਤ ਹੁੰਦੀ ਹੋਵੇ ਕਿ ਇਸ ਬੰਦੇ ਦਾ ਇੰਡੀਆ ਦੇ ਵਿੱਚ ਬਹੁਤ ਵਧੀਆ ਕੰਮ ਹੈ, ਜਾਂ ਤੁਸੀਂ ਕਿਸੇ ਹੋਰ ਕੰਟਰੀ 'ਚ ਰਹਿੰਦੇ ਹੋ, ਠੀਕ ਹੈ, ਉੱਥੇ ਤੁਹਾਡਾ ਬਹੁਤ ਵਧੀਆ ਕੰਮ ਹੈਗਾ। ਵੀਜ਼ਾ ਅਫਸਰ ਨੂੰ ਇਹ ਚੀਜ਼ ਲੱਗੇ ਕਿ ਇਹ ਬੰਦੇ ਦਾ ਕੰਮ ਇੰਡੀਆ 'ਚ ਵਧੀਆ ਹੈ, ਜਾਂ ਕਿਸੇ ਹੋਰ ਕੰਟਰੀ 'ਚ ਸ਼੍ਰੀਲੰਕਾ 'ਚ, ਨੇਪਾਲ 'ਚ ਕੰਮ ਵਧੀਆ, ਪਾਕਿਸਤਾਨ 'ਚ ਕੰਮ ਵਧੀਆ ਹੈਗਾ, ਅਤੇ ਇਹ ਬੰਦਾ ਵਾਪਸ ਮੁੜ ਕੇ ਆਊਗਾ, ਤਾਂ ਤੁਹਾਨੂੰ ਵੀਜ਼ਾ ਮਿਲਦਾ ਹੈਗਾ। ਤੁਹਾਡਾ ਪਰਪਸ ਆਫ ਟਰੈਵਲ ਕਲੀਅਰ ਹੋਵੇ ਕਿ ਮੈਂ ਘੁੰਮਣ ਜਾਣਾ, ਕਿਵੇਂ ਕਲੀਅਰ ਹੋਵੇ ਕਿ ਹਾਂ ਇਹ ਬੰਦਾ ਘੁੰਮਦਾ, ਤਾਂ ਤੁਸੀਂ ਪਹਿਲਾਂ 2-4 ਕੰਟਰੀ ਘੁੰਮ ਲਓਗੇ। ਉਹਦੇ ਨਾਲ ਐਸੇ ਅਫਸਰ ਨੂੰ ਇਹ ਲੱਗਦਾ ਕਿ ਇਹ ਬੰਦਾ ਤਾਂ ਘੁੰਮਣ ਦਾ ਸ਼ੌਂਕੀ ਹੈ, ਘੁੰਮਦਾ ਰਹਿੰਦਾ ਹੈਗਾ, ਠੀਕ ਹੈ। ਸੋ ਤੁਸੀਂ ਘੁੰਮ ਲਓਗੇ, ਤੁਹਾਡਾ ਪਰਪਸ ਕਲੀਅਰ ਹੋ ਗਿਆ। ਜਾਂ ਤੁਸੀਂ ਕਿਸੇ ਆਪਣੇ ਯਾਰ ਮਿੱਤਰ ਤੋਂ ਸਪਾਂਸਰ ਲੈ ਸਕਦੇ ਹੋ, ਜਾਂ ਹੋਰ ਬਹੁਤ ਕੰਪਨੀਆਂ ਹੁੰਦੀਆਂ ਨੇ, ਕੋਈ ਛੋਟਾ-ਮੋਟਾ ਕੰਮ ਕਰਦਾ ਹੋਵੇ ਬੰਦਾ, ਫਾਰਮਲ ਇਨਵੀਟੇਸ਼ਨ ਲਿੱਤੀ ਜਾ ਸਕਦੀ ਕਿਸੇ ਵੱਡੇ ਕੰਟਰੀ ਤੋਂ, UK ਤੋਂ ਲਿੱਤੀ ਜਾ ਸਕਦੀ ਹੈਗੀ, ਠੀਕ ਹੈ। ਤੁਹਾਡਾ ਇਨਕਮ ਹੋ ਗਈ, ਤੁਹਾਡਾ ਟਰੈਵਲ ਹਿਸਟਰੀ ਹੋ ਗਈ, ਤੁਹਾਡਾ ਇਨਵੀਟੇਸ਼ਨ ਹੋ ਗਈ, ਜਾਂ ਤੁਹਾਡਾ ਬੈਂਕ ਸਟੇਟਮੈਂਟ ਵਧੀਆ ਹੋਵੇ,
ठीक है। सो ये सारिया चीज़ां बैलेंस होवे, तुहाडे कोल प्रॉपर मेनटेन किया होया बैलेंस होवे। सो जेकर तुसी ये सारिया चीज़ां मेनटेन कर लैंदे हो, तुसी अपना इनकम का साधन मेनटेन कर लैंदे हो, तुसी आपदी बैंक स्टेटमेंट मेनटेन कर लैंदे हो, तुसी ट्रैवल हिस्टरी बना लैंदे हो, तो मैं नहीं मानता कि तुहानूं वीज़ा ना मिले। 100% तुहानूं वीज़ा मिलूगा। सो मेरे कहने का मतलब ये हैगा कि जिहड़ा 100% श्योर शॉर्ट वीज़ा हैगा यूके का, वो तुसी लै सकदे हो, तुसी खुद लै सकदे हो, अपने डॉकूमेंट्स के बलबूते ते लै सकदे हो। सो दोस्तों, किसी ने भी जो वीज़ा अपलाई करना हैगा, तुसी आपदी प्रोफाइल बनाओ तो आपदा वीज़ा जिहड़ा हैगा अपलाई कर सकते हो। ठीक है। फिर भी जे मेरे किसी दोस्त नूं ये चीज़ ना पता लगे कि प्रोफाइल किमें बनानी है, बिजनेस किसे किमें रजिस्टर करना है, वैबसाइट किमें क्रिएट करनी है, तुसी सानू कॉन्टैक्ट कर सकते हो। सो इवें दी जिहड़ी कंसलटेंसी फ्री ऑफ कॉस्ट असीं प्रोवाइड करते हैगे आ तुहानूं। तुसी वधेरे जानकारी दे लई सानू फेसबुक ते लाइक करो, सानू यूट्यूब ते सबसक्राइब करो, या सानू साडे इंस्टाग्राम ते तुसी फॉलो कर सकते हो। जे दोस्तों तुहानूं मेरी ये वीडियो वधिया लगी तो मेरा जिहड़ा चैनल है इहनूं सबसक्राइब करो, फेसबुक ते लाइक करो, इंस्टा ते फॉलो करो, ताकि मैं तुहानूं होर इस तरह दी जिहड़ियां वीडियो वो दे सकां। भी जिहड़ा यूट्यूब चैनल सबसक्राइब करो ते नाल बैल का बटन जरूर दबाओ, ताकि आने वाली वीडियो का जिहड़ा नोटिफिकेशन है वो तुहानूं जरूर मिल सके। वधेरे जानकारी लई तुसी सानू स्क्रीन ते डिस्पले हो रहे नंबरां ते कॉल भी कर सकते हो। सो मैं उम्मीद करदा कि तुहानूं मेरी जिहड़ी वीडियो ये बहुत वधिया लगी होगी। बहुत बहुत धन्नवाद। सत श्री अकाल।